ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸ ਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹੂ, ਸਿਰ ਸਾਹਾਂ ਦਾ ਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾਂ। ਬਿਨ ਸਾਧੂ ਜੋ ਜੀਵਨ ਬਲਨਾ, ਬਿਨ ਸਾਧੂ ਜੋ ਜੀਵਨਾ। ਤੇ ਤੋ ਬਿਰਥਾਰੀ, ਮਿਲਤ ਸੰਗ ਸਭ ਭ੍ਰਮ ਮਿਟੇ। ਗਤ ਭਈ ਹਮਾਰੇ, ਜਾਂ ਦਿਨ ਭੇਟੇ ਸਾਧ ਮੋਹੇ। ਓਆ ਦਿਨ ਬਲਿਹਾਰੀ, ਤਨ ਮਨ ਆਪਣੋ ਜੀਆਰਾ। ਫਿਰ ਫਿਰ ਹਉ ਵਾਰੀ, ਰਹਾਉ ਏਤ ਛੁਡਾਈ ਮੋਹਿ ਤੇ। ਇਤਨੀ ਦ੍ਰਿੜਤਾਰੀ, ਸਗਲ ਰੀਨ ਇਹੋ ਮਨ ਭਇਆ। ਬਿਨਸੀ ਆਪ ਧਾਰੀ, ਨਿੰਦ ਚਿੰਦ ਪਰ ਦੁਖ ਨਾ। ਇਹ ਖਿਨ ਮੈਂ ਜਾਰੀ, ਦਇਆ ਮਇਆ ਅਰ ਨਿਕਟ ਪੇਖ। ਨਾਹੀ ਦੁਰਾਰੀ, ਤਨ ਮਨ ਸੀਤਲ ਭਏ। ਅਬ ਮੁਕਤੇ ਸੰਸਾਰੀ, ਹੀਤ ਚੀਤ ਪ੍ਰਭ ਪ੍ਰਾਨ ਧਨ। ਨਾਨਕ ਦਰ ਸਾਰੀ, ਹੀਤ ਚੀਤ ਸਭ ਪ੍ਰਾਨ ਧਨ। ਨਾਨਕ ਦਰ ਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਸਾਹਿਬ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮਹਾਨ ਅਪਾਰ ਮਿਹਰਾਮਤ ਬਖਸ਼ਿਸ਼ ਸਦਕਾ ਆਪ ਸਰਬੱਤ ਹੀ ਸੰਗਤਾਂ ਸਾਹਿਬ ਜੀਆਂ ਦੇ ਪਾਵਨ ਅਸਥਾਨਾਂ 'ਤੇ ਹਾਜ਼ਰੀਆਂ ਭਰ ਕੇ ਪਾਵਨ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ। ਜੋ ਪਾਵਨ ਬਚਨ ਸਰਵਣ ਕੀਤੇ ਨੇ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 810 ਤੇ ਸ਼ੋਭਾਇਮਾਨ ਹਨ। ਸੋ ਆਓ ਬੜੇ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ
ਇਹਨਾਂ ਪਾਵਨ ਬਚਨਾਂ ਨੂੰ ਸਮਝੀਏ, ਸਮਝ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਪਏ ਸਨ ਕਿ ਜਿਹੜਾ ਜੀਵ ਸਤ ਸੰਗਤ ਵਿੱਚ ਆਣ ਕਰਕੇ ਬੈਠਣਾ ਕਰਦਾ ਹੈ, ਉਹਦੇ ਪੰਜ ਜਿਹੜੇ ਚੋਰ ਨੇ ਇਹਨੂੰ ਲੁੱਟਦੇ ਪਏ ਸੀ, ਇਹਦਾ ਅੰਮ੍ਰਿਤ, ਉਹ ਪੰਜ ਚੋਰ ਅੱਗੇ ਲੱਗ ਕੇ ਭੱਜ ਜਾਂਦੇ ਨੇ। ਔਰ ਜਿਉਂ ਹੀ ਉਹ ਅੱਗੇ ਲੱਗ ਕੇ ਭੱਜ ਜਾਂਦੇ ਨੇ, ਇਹ ਸਾਰਾ ਕੁਝ ਪ੍ਰਾਪਤ ਕਰਨਾ ਪ੍ਰਾਰੰਭ ਕਰ ਦਿੰਦਾ ਹੈ। ਕਿਉਂ? ਜਦੋਂ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਉਦੋਂ ਇਹ ਪੰਜ ਚੋਰ ਆਣ ਕਰਕੇ ਵਿੱਚ ਅੜਿੱਕਾ ਬਣ ਜਾਂਦੇ ਨੇ। ਸੇਵਾ ਕੀਤੀ, ਹੰਕਾਰ ਨੇ ਆਣ ਕੇ ਸੇਵਾ ਦੇ ਰਾਹੀਂ ਜੋ ਅੰਮ੍ਰਿਤ ਇਕੱਤਰ ਕੀਤਾ ਸੀ, ਇਕੱਠਾ ਕੀਤਾ ਸੀ, ਅਹੰਕਾਰ ਨੇ ਆਣ ਕੇ ਸੰਨ ਲਾਉਣੀ ਹੈ। ਜੀਵ ਨੇ ਹੰਕਾਰ ਦੇ ਵਿੱਚ ਐਸਾ ਮਸਤ ਹੋ ਜਾਣਾ ਕਿ ਮੈਂ ਸੇਵਾ ਕਰਦਾ ਪਿਆ ਹਾਂ, ਜਿਹੜੀ ਸੇਵਾ ਮੈਂ ਕਰਦਾ ਹਾਂ ਦੂਜਾ ਨਹੀਂ ਕਰ ਸਕਦਾ। ਬਾਰ-ਬਾਰ ਦੂਜਿਆਂ ਨੂੰ ਜਨਾਉਣਾ, ਸੁਣਾਉਣਾ, ਦਿਖਾਉਣਾ। ਉੱਥੇ ਹਉਮੈ ਜਦੋਂ ਜਨਮ ਲੈਂਦੀ ਆ, ਹੰਕਾਰ ਵੀ ਆ ਕਰਕੇ ਖੜਾ ਹੋ ਜਾਂਦਾ ਹੈ। ਉਹ ਫਿਰ ਹੰਕਾਰ ਕੀਤਾ ਜਦੋਂ ਮੈਂ ਕਰਦਾ ਫਿਰਦਾ ਆ, ਉਦੋਂ ਉਹਦਾ ਜਿਹੜਾ ਕੀਤਾ ਹੋਇਆ ਇਕੱਤਰ ਰਸ ਸੀਗਾ, ਉਹ ਰਸ ਲੁੱਟ ਲਿਆ ਜਾਂਦਾ ਹੈ। ਇਸ ਤਰ੍ਹਾਂ ਜਦੋਂ ਸੰਗਤ ਵਿੱਚ ਬੈਠਦੇ ਹਾਂ, ਸਿਮਰਨ ਦੇ ਵਿੱਚ ਜੁੜਦੇ ਹਾਂ, ਨੇਤਰ ਬੰਦ ਕਰਕੇ ਉਸ ਵਾਹਿਗੁਰੂ ਨੂੰ ਯਾਦ ਕਰਦੇ, ਉਦੋਂ ਫਿਰ ਮਨ ਨੀਵੇਂ ਪਾਸੇ ਵੱਲ ਜਾਂਦਾ ਹੈ। ਮਨ ਨੂੰ ਸਮਝ ਆ ਜਾਂਦੀ ਹੈ ਕਿ ਤੇਰਾ ਇੱਥੇ ਕੀ ਹੈ, ਤੂੰ ਕੀ ਕਰ ਸਕਦਾ ਏ। ਕਰਨ ਕਰਵਾਉਣ ਵਾਲਾ ਤੇ ਉਹ ਵਾਹਿਗੁਰੂ ਆਪ ਪਰਮੇਸ਼ਰ ਹੈ, ਜਿਹਨੇ ਤੈਨੂੰ ਤਾਕਤ ਬਖਸ਼ੀ ਹੈ, ਜਿਹਨੇ ਤੈਨੂੰ ਸਵਾਸੇ ਬਖਸ਼ਿਸ਼ ਕੀਤੇ ਨੇ, ਜਿਹਦੀ ਬਦੌਲਤ ਦੇ ਨਾਲ ਤੂੰ ਚੱਲਦਾ ਫਿਰਦਾ ਪਿਆ ਆ। ਸੇਵਾ ਤੇ ਤੇਰੇ ਕੋ ਉਹ ਕਰਵਾ ਰਿਹਾ, ਤੇਰੇ 'ਚ ਕੀ ਤਾਕਤ ਤੂੰ ਸੇਵਾ ਕਰ ਲੈਂਦਾ। ਉਦੋਂ ਦੂਜੇ ਪਾਸੇ ਨੂੰ ਮਨ ਰਹਿੰਦਾ ਆ। ਤੇ ਜਦੋਂ ਹੰਕਾਰ ਦੇ ਵਿੱਚ ਲਿਪਤ ਹੋਵੇ, ਹਉਮੈ ਵਿੱਚ ਲਿਪਤ ਹੋਵੇ, ਤੇ ਉਦੋਂ ਤੇ ਫਿਰ ਰੱਬ ਦਾ ਚੇਤਾ ਹੀ ਭੁੱਲ ਜਾਂਦਾ ਕਿ ਰੱਬ ਕਰਦਾ ਪਿਆ। ਉਦੋਂ ਤੇ ਕਹਿੰਦਾ ਮੈਂ ਕਰਦਾ ਆ। ਜੇ ਤੂੰ ਕਰਦਾ ਆ ਨਾ, ਜਿਸ ਦਿਨ ਤੇਰੇ ਵਿੱਚੋਂ ਸਵਾਸੇ ਨਿਕਲ ਜਾਵਣਗੇ, ਉਸ ਦਿਨ ਜਾ ਕੇ ਕਵੀਂ ਕਿ ਮੈਂ ਕਰਕੇ ਆਵਾਂ, ਨਹੀਂ ਹੋਵੇਗਾ। ਉਹ ਗੁਰੂ ਬਖਸ਼ਿਸ਼ ਕਰੇ, ਮਿਹਰ ਕਰੇ, ਤੇ ਫੇਰ ਕਿਤੇ ਸਾਡੇ 'ਤੇ ਕਿਰਪਾ ਹੋਵੇ ਤੇ ਅਸੀਂ ਆਣ ਕੇ ਗੁਰੂ ਦੇ ਦਰ 'ਤੇ ਸੇਵਾ ਕਰ ਸਕਦੇ ਹਾਂ। ਨਹੀਂ ਤੇ ਐਸੇ ਵੀ ਜਨ ਨੇ ਜਿਨ੍ਹਾਂ ਨੇ ਕਦੀ ਇੱਥੋਂ ਫੜ ਕੇ ਭਾਂਡਾ ਵੀ ਨਾ ਉੱਥੇ ਕੀਤਾ ਹੋਵੇ। ਮੇਰੇ ਵਰਗੇ ਕਹਿੰਦੇ ਨੇ ਕਿ ਸਾਡਾ ਜੂਠਾ ਭਾਂਡਾ ਵੀ ਕੋਈ ਚੱਕ ਕੇ ਲੈ ਜੇ ਪੰਗਤ ਦੇ ਵਿੱਚੋਂ। ਪਰ ਇੱਕ ਉਹ ਵੀ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ, ਮੈਂ ਲਾਸਟ 'ਤੇ ਪ੍ਰਸ਼ਾਦਾ ਛਕਣਾ ਆ, ਲਾਸਟ 'ਤੇ ਜਲ ਪਾਣੀ ਛਕਣਾ, ਪਹਿਲੋਂ ਸੰਗਤਾਂ ਦੀ ਸੇਵਾ ਕਰ ਲਾਂ, ਕਿਤੇ ਇਹ ਵੇਲਾ ਅੱਜ ਹੈ ਮੇਰੇ ਕੋਲ, ਕੱਲ੍ਹ ਨੂੰ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਇਹ ਭਾਂਡੇ ਮਾਂਜਣ ਦੀ ਸੇਵਾ ਕੱਲ੍ਹ ਨੂੰ ਮੇਰੇ ਕੋਲੋਂ ਹੋਣੀ ਹੈ ਕਿ ਨਹੀਂ ਹੋਣੀ। ਇੱਕ ਉਹ ਨੇ ਜਿਹੜੇ ਚੌਂਕੜਾ ਮਾਰ ਕਰਕੇ ਬੈਠ ਕਰਕੇ ਪਰਮਾਤਮਾ ਦਾ ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਸਿਮਰਨ ਕਰਕੇ ਹੀ ਪਰਮਾਤਮਾ ਨੂੰ ਖੁਸ਼ ਕਰਦੇ ਨੇ। ਔਰ ਉਹਨਾਂ ਦੀ ਸੇਵਾ ਹੀ ਸਿਮਰਨ ਹੈ। ਪਰਮਾਤਮਾ ਨੂੰ ਯਾਦ ਕਰਨਾ ਵੀ ਇੱਕ ਬੜੀ ਵੱਡੀ ਸੇਵਾ ਹੈ। ਪਰ ਆਪੋ ਆਪਣੀ ਕਲਾਸ ਮੁਤਾਬਕ, ਆਪੋ ਆਪਣੇ ਸਿਸਟਮ ਦੇ ਮੁਤਾਬਕ, ਜਿੱਥੇ ਜਿੱਥੇ ਰੱਬ ਨੇ ਜਿਹਨੂੰ ਰੱਖਣਾ
ਉਵੇਂ ਉਵੇਂ ਇਨਸਾਨ ਲੱਗਾ ਰਹਿੰਦਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਸਨ ਕਿ ਜਿਹੜਾ ਜੀਵ ਪਰਮਾਤਮਾ ਦੀ ਗੋਦ ਵਿੱਚ ਬੈਠ ਕਰਕੇ ਨੀਵਾਂ ਤੇ ਨਿਮਾਣਾ ਬਣ ਕੇ ਬੈਠਦਾ, ਉਹਦੇ 5 ਚੋਰ ਭੱਜ ਜਾਂਦੇ ਨੇ ਔਰ ਉਹ ਸੇਵਾ ਦੇ ਵਿੱਚੋਂ ਲਾਹਾ ਖੱਟ ਕੇ ਲੈ ਜਾਂਦਾ ਆ। ਉਹ ਚੌਂਕੜਾ ਮਾਰ ਕੇ ਕੀਤੀ ਹੋਈ ਕਮਾਈ ਆਪਣੇ ਹਿਰਦੇ ਵਿੱਚ ਵਸਾ ਕਰਕੇ ਲਾਹਾ ਖੱਟ ਕੇ ਲੈ ਜਾਂਦਾ ਆ। ਤੇ ਜਿਉਂ ਹੀ ਇੱਥੋਂ ਲਾਹਾ ਖੱਟਿਆ, ਇਸ ਸੰਸਾਰ ਦੇ ਵਿੱਚ ਉਸ ਲਾਹੇ ਦੀ ਉਸਤਤ ਹੋਈ। ਹਰ ਇੱਕ ਨੇ ਉਸ ਇਨਸਾਨ ਦੀ ਉਸਤਤ ਕਰਨੀ ਪ੍ਰਾਰੰਭ ਕਰ ਦੇਣੀ ਹੈ। ਔਰ ਇੱਥੇ ਨਹੀਂ, ਇਸ ਸੰਸਾਰ 'ਤੇ ਨਹੀਂ, ਜਦੋਂ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਵੇਗਾ ਨਾ, ਉਸ ਸੰਸਾਰ 'ਤੇ ਵੀ ਉਹਦੀ ਇਬਾਦਤ ਹੋਵੇਗੀ। ਨਿਰੰਕਾਰ ਦੇ ਦਰ 'ਤੇ ਵੀ ਉਹਦਾ ਸਤਿਕਾਰ ਹੋਵੇਗਾ। ਕਿਉਂ? ਕਿਉਂਕਿ ਇਹ ਕੁਝ ਕਰਕੇ ਆਇਆ, ਕੁਝ ਲੈ ਕੇ ਆਇਆ ਆ। ਜਦੋਂ ਮੈਦਾਨ ਦੇ ਵਿੱਚ ਖਿਡਾਰੀ ਖੇਡਦਾ ਨਾ, ਤੇ ਖੇਡਦਾ ਜਿੱਤ ਪ੍ਰਾਪਤ ਕਰ ਲਵੇ, ਤੇ ਫਿਰ ਉਹਨੂੰ ਨਵਾਜਿਆ ਜਾਂਦਾ ਹੈ, ਉਹਨੂੰ ਇਨਾਮਾਂ ਦੇ ਨਾਲ ਤੋਲਿਆ ਜਾਂਦਾ ਹੈ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਇਸੇ ਤਰ੍ਹਾਂ ਅਸੀਂ ਇਸ ਸੰਸਾਰ ਦੇ ਵਿੱਚ ਖੇਡਾਂ ਖੇਡਦੇ ਹਾਂ। ਜਦੋਂ ਅਸੀਂ ਇੱਥੋਂ ਜੀਵਨ ਦੀ ਬਾਜੀ ਜਿੱਤ ਕੇ ਜਾਵਾਂਗੇ ਤੇ ਸਾਡੇ ਵੀ ਉੱਥੇ ਜਕਾਰੇ ਗੂੰਜਣਗੇ। ਕਿਉਂਕਿ ਸਤਿਗੁਰੂ ਜੀ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਜਿਹੜੇ ਇੱਥੇ ਆਣ ਕੇ ਸੁਰਖਰੂ ਹੋ ਕਰਕੇ ਪ੍ਰਮਾਤਮਾ ਦੀ ਗੋਦ ਵਿੱਚ ਬੈਠਦੇ ਨੇ, ਗੁਰੂ ਦੀ ਗੱਲ ਨੂੰ ਸਮਝਦੇ ਨੇ, ਗਹਿਰੇ ਤਲ 'ਤੇ ਜਾਂਦੇ ਨੇ, ਤੇ ਫਿਰ ਉਹ ਗੁਰਮੁਖਾਂ ਦੀ ਤਰ੍ਹਾਂ ਉਸ ਪ੍ਰਮਾਤਮਾ ਦੇ ਦਰ 'ਤੇ ਪਹੁੰਚਦੇ ਨੇ। ਤੇ ਇੱਕ ਪਾਸੇ ਜਮਦੂਤ ਲੈਣ ਪਹੁੰਚ ਜਾਂਦੇ ਨੇ, ਤੇ ਇੱਕ ਪਾਸੇ ਪਰਮਾਤਮਾ ਦਾ ਬਿਬਾਨ ਆਉਂਦਾ, ਪਰ ਜਮਦੂਤਾਂ ਦੀ ਜ਼ਰੂਰਤ ਨਹੀਂ ਪੈਂਦੀ ਕਿ ਲਾਗੇ ਤੱਕ ਪਹੁੰਚ ਜਾਈਏ। ਜਦੋਂ ਅਜ਼ਾਮਲ ਪਾਪੀ ਸੀ ਨਾ, ਤੇ ਬੜਾ ਵੱਡਾ ਵਿਦਵਾਨ ਸੀਗਾ, ਪਰ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਬੜਾ ਵੱਡਾ ਫਰਕ ਪੈਂਦਾ ਆ। ਜਿਹਦੇ ਪ੍ਰਥਾਏ ਅੱਜ ਸਤਿਗੁਰੂ ਜੀ ਪਾਵਨ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ ਕਿ ਬਿਨ ਸਾਧੂ ਜੋ ਜੀਵਨਾ, ਬਿਨਾਂ ਸਾਧੂ ਦੇ, ਬਿਨਾਂ ਸਤ ਸੰਗਤ ਦੇ ਜੋ ਜੀਵਨ ਜੀਣਾ ਨਾ, ਸੁਆਸੇ ਲੈਣੇ ਨੇ ਤੇਤੋਂ ਬਿਰਥਾਰੀ। ਉਹ ਸਾਰਾ ਹੀ ਵਿਅਰਥ ਹੈ। ਸਮਾਂ ਕਿਸੇ ਥਾਂ ਨਹੀਂ ਪੈਂਦਾ। ਜੇ ਕਿਸੇ ਦੀ ਸੰਗਤ ਕਰ ਲਈਏ, ਜੇ ਕੋਈ ਅੱਛਾ ਬਾਪ ਹੈ, ਆਪਣੇ ਬਾਪ ਦੀ ਪੁੱਤਰ ਸੰਗਤ ਕਰਕੇ ਰੱਬ ਨਾਲ ਜੁੜਦਾ, ਆਪਣੀ ਮਾਂ ਦੀ ਸੰਗਤ ਕਰਕੇ ਪ੍ਰਮਾਤਮਾ ਦੇ ਨਾਲ ਜੁੜ ਜਾਵੇ, ਤੇ ਉਹੀ ਸਾਧੂ ਹੈ। ਜਿਹੜਾ ਸੰਗਤ ਕਰਕੇ ਪ੍ਰਮਾਤਮਾ ਦੀ ਗੋਦ ਦਾ ਆਨੰਦ ਮਾਣਦਾ, ਸਤਿਗੁਰੂ ਜੀ ਕਹਿੰਦੇ ਨੇ ਸਮਾਂ ਹੀ ਉਹਦਾ ਸਫਲ ਆਇਆ, ਸਮਾਂ ਹੀ ਉਹਦਾ ਵਧੀਆ ਆ। ਅਸੀਂ ਸਮਾਂ ਸਮਝਦੇ ਹਾਂ ਕਿ ਜਿਹਦੇ ਕੋਲ ਕੋਠੀਆਂ ਸੋਹਣੀਆਂ ਨੇ, ਕਾਰਾਂ ਸੋਹਣੀਆਂ ਨੇ, ਸੋਹਣੇ ਕੱਪੜੇ ਪਹਿਨਦਾ ਆ, ਉਹਦਾ ਹੀ ਸਮਾਂ ਵਧੀਆ। ਉਹਦਾ ਸਮਾਂ ਨਹੀਂ ਵਧੀਆ। ਕਿਉਂ? ਜਿਸ ਦਿਨ ਉਹ ਚਿਖਾ ਦੇ ਵਿੱਚ ਚਲਾ ਗਿਆ, ਸੜ ਕੇ ਸੁਆਹ ਬਣ ਗਿਆ, ਉਹ ਗੱਡੀਆਂ, ਕਾਰਾਂ, ਕੋਠੀਆਂ, ਕੱਪੜੇ ਇੱਥੇ ਹੀ ਪਏ ਰਹਿ ਜਾਣੇ ਨੇ। ਜਿਹੜੀ ਚੀਜ਼ ਨਾਲ ਜਾਣੀ ਸੀ ਉਹਦੀ ਕਮਾਈ ਨਾ ਕੀਤੀ, ਉਹਦੀ ਕਮਾਈ ਨਾ ਕਰ ਸਕਿਆ, ਉਸੇ ਮੋਹ ਦੇ ਵਿੱਚ ਫਸਿਆ ਰਿਹਾ ਜਿਸ ਮੋਹ ਦੇ ਨਾਲੋਂ ਸਾਨੂੰ ਸਤਿਗੁਰੂ ਜੀ ਨੇ ਵਰਜਿਤ ਕੀਤਾ ਸੀਗਾ। ਹੁਣ ਅਜ਼ਾਮਲ ਬੜੀ ਸੰਗਤ ਕਰਦਾ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦਿਆਂ ਬੜਾ ਵੱਡਾ ਵਿਦਵਾਨ ਬਣ ਜਾਂਦਾ।
ਇੱਥੋਂ ਤੱਕ ਕਿ ਸਤਿਪੁਰਸ਼ ਉਹਨੂੰ ਸਮਝਾਉਂਦੇ ਰਹਿੰਦੇ ਨੇ ਜੀਵਨ ਦੀਆਂ ਰਮਜ਼ਾਂ। ਜਿੱਥੇ ਕਿਤਾਬੀ ਗਿਆਨ ਦਾ ਉਹ ਧਨੀ ਬਣ ਗਿਆ, ਉੱਥੇ ਅਧਿਆਤਮਿਕ ਤੌਰ 'ਤੇ ਵੀ ਪਰਮਾਤਮਾ ਦੇ ਨਾਲ ਜੁੜਨਾ ਪ੍ਰਾਰੰਭ ਕਰ ਦਿੱਤਾ। ਜਦੋਂ ਰੱਬ ਦੇ ਪਿਆਰਿਆਂ ਨੇ ਸਮਝਾਇਆ ਕਿ ਬਚ ਕੇ ਰਹਿਣਾ ਆ, ਸਾਕਤ ਦੇ ਕੋਲੋਂ ਬਚ ਕੇ ਹੀ ਭਲੀ ਹੈ। ਜੇ ਸਾਕਤ ਦੇ ਸੰਗ ਤੂੰ ਕਰ ਲਿਆ ਤੇ ਪਤਾ ਨਹੀਂ ਉਹਨੇ ਕਿਹੜੇ ਵੇਲੇ ਤੈਨੂੰ ਲੁੱਟ ਕੇ ਲੈ ਜਾਣਾ ਹੀ, ਕਿਉਂਕਿ ਉਸੇ ਘਰ ਨੂੰ ਲੁੱਟਿਆ ਜਾਂਦਾ ਨਾ ਜਿਸ ਘਰ ਦੇ ਵਿੱਚ ਕੁਝ ਦਿਸਦਾ ਪਿਆ ਹੋਵੇ। ਤੇ ਸਤਿਗੁਰੂ ਜੀਆਂ ਨੇ ਪਾਵਨ ਗੁਰਬਾਣੀ ਦੇ ਰਾਹੀਂ ਉਪਦੇਸ਼ ਵੀ ਕੀਤਾ ਕਿ ਸਾਕਤ ਸਿਉ ਮੁਖ ਜੋੜਿਆ। ਜਿਹੜਾ ਸਾਕਤ ਦੇ ਨਾਲ ਮੁਖੜਾ ਜੋੜਦਾ, ਗੱਲਬਾਤ ਕਰਦਾ, ਕਹਿੰਦੇ ਅੱਧ ਵਿੱਚੋਂ ਟੁੱਟੈ, ਉਹ ਅੱਧ 'ਚ ਹੀ ਟੁੱਟੋ ਜਾਂਦਾ ਆ। ਜਿਹੜਾ ਪਰਮਾਤਮਾ ਦੇ ਰਸਤੇ 'ਤੇ ਤੁਰਿਆ ਸੀ, ਉਹਦੀ ਪ੍ਰਾਪਤੀ ਕਰਨ ਵਾਸਤੇ ਕਦਮ ਉਠਾਏ ਸਨ, ਪਰ ਸਾਕਤ ਦਾ ਸੰਗਤ ਕਰਨ ਦੇ ਨਾਲ ਸਾਕਤ ਦੀ ਰੰਗਤ ਚੜ੍ਹ ਜਾਂਦੀ ਹੈ, ਰਸਤੇ ਦੇ ਵਿੱਚ ਹੀ ਟੁੱਟ ਜਾਂਦਾ ਹੈ, ਰਸਤੇ ਦੇ ਵਿੱਚ ਹੀ ਖੜਾ ਹੋ ਜਾਂਦਾ ਆ। ਪਰ ਜੇ ਸੰਗਤ ਕਰਦੇ ਰਹੀਏ ਸਤਿਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ, ਫਿਰ ਬੇੜਾ ਬੰਨੇ ਲੱਗ ਜਾਂਦਾ ਆ। ਹੁਣ ਅਜ਼ਾਮਲ ਨੂੰ ਸਮਝਾਉਂਦੇ ਨੇ ਕਿ ਅਜ਼ਾਮਲ ਤੂੰ ਉਸ ਪਾਸੇ ਨਹੀਂ ਜਾਣਾ ਜਿਸ ਪਾਸੇ ਸਾਕਤ ਖੜੇ ਹੋਵਣ। ਹੋਇਆ ਕਿ ਸਮਾਂ ਲੰਘਿਆ, ਪਿਤਾ ਜੀ ਉਹਦੇ ਕਿਸੇ ਰਾਜੇ ਦੇ ਦਰਬਾਰ 'ਚ ਸੇਵਾ ਨਿਭਾਉਂਦੇ ਨੇ, ਤੇ ਜਿਸ ਪਾਸੇ ਤੇ ਜਾਣਾ ਮਨਾ ਕੀਤਾ ਸੀ ਸਤਿਪੁਰਸ਼ਾਂ ਨੇ, ਰੱਬ ਦੇ ਪਿਆਰਿਆਂ ਨੇ, ਜਦੋਂ ਅਸੀਂ ਉਹਨਾਂ ਦੇ ਬਚਨ ਨਹੀਂ ਮੰਨਦੇ, ਕਿਉਂਕਿ ਉਹਨਾਂ ਦੇ ਬਚਨ ਨੇ ਜਿਹੜੇ ਉਹ ਸਾਡੇ ਭਲੇ ਵਾਸਤੇ ਹੋਇਆ ਕਰਦੇ ਨੇ। ਤੇ ਜਦੋਂ ਉਹਨਾਂ ਨੇ ਮਨਾ ਕੀਤਾ ਕਿ ਵੇਸਵਾ ਦਾ ਜੋ ਮੁਹੱਲਾ ਸੀਗਾ, ਗਲੀ ਸੀ, ਉਸ ਪਾਸਿਓਂ ਦੀ ਨਹੀਂ ਲੰਘਣਾ, ਤੇ ਅਜ਼ਾਮਲ ਮਹਾਂਪੁਰਸ਼ਾਂ ਦਾ ਬਚਨ ਤੋੜ ਕਰਕੇ, ਰੱਬ ਦੇ ਪਿਆਰਿਆਂ ਦਾ ਬਚਨ ਤੋੜ ਕਰਕੇ ਕਹਿੰਦੇ ਨਹੀਂ, ਮੇਰੇ 'ਚ ਇੰਨੀ ਤਾਕਤ ਆ ਗਈ ਹੈ, ਮੈਨੂੰ ਸਾਰੀ ਨੌਲੇਜ ਹੈ, ਮੈਂ ਗਲਤ ਕਿਵੇਂ ਕਰੂੰਗਾ। ਗੱਲ ਨਾ ਮੰਨਣ ਦਾ ਨਤੀਜਾ ਹਉਮੈ ਆ ਗਈ, ਹੰਕਾਰ ਆ ਗਿਆ, ਜਨਮ ਲੈ ਲਿਆ, ਲੁੱਟ ਲਿਆ ਜਿਹੜਾ ਅੰਮ੍ਰਿਤ ਕੋਲ ਸੀਗਾ, ਜਿਹਦੀ ਬਦੌਲਤ ਸਿਮਰਨ ਕਰਦਾ ਸੀਗਾ, ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦਾ ਸੀ। ਉਸ ਹੰਕਾਰ ਨੇ ਆਣ ਕੇ ਸੰਨ ਲਾ ਲਈ ਅੰਮ੍ਰਿਤ ਨੂੰ, ਤੇ ਹੋਇਆ ਕਿ ਬਸ ਫਿਰ ਉੱਥੋਂ ਜੋਗਾ ਹੀ ਰਹਿ ਗਿਆ। ਵੇਸਵਾ ਦੇ ਨਾਲ ਸ਼ਾਦੀ ਹੋ ਜਾਂਦੀ ਹੈ, ਵਿਆਹ ਹੋ ਜਾਂਦਾ, ਪੁੱਤਰ ਜਨਮ ਲੈਂਦੇ ਨੇ, ਤੇ ਪੁੱਤਰ ਜਨਮ ਲੈਂਦਿਆਂ ਬੜੀ ਮਾੜੀ ਹਾਲਾਤ ਹੋ ਜਾਂਦੀ ਹੈ, ਗਰੀਬੀ ਆ ਜਾਂਦੀ ਹੈ। ਕਿੱਥੇ ਐਡਾ ਵੱਡਾ ਵਿਦਵਾਨ ਸੀਗਾ, ਪਰ ਕਿੱਥੇ ਜਾ ਕਰ ਕੇ ਬੈਠ ਗਿਆ। ਇੱਕ ਝੌਂਪੜੀ ਪਾਈ ਹੈ, ਇੱਕ ਕੁੱਲੀ ਪਾਈ ਹੈ, ਉਹਦੇ ਵਿੱਚ ਰਹਿੰਦਾ ਨੇਤੀ ਬੜਾ ਪਰੇਸ਼ਾਨ ਹੈ, ਪਛਤਾਵਾ ਕਿ ਮੈਂ ਹੁਣ ਕੀ ਕਰਾਂ। ਫਿਰ ਕਰਮ ਜਾਗਦੇ ਨੇ ਕਿਤੇ ਨਾ ਕਿਤੇ ਪਰਮਾਤਮਾ ਦੇ ਨਾਮ ਦੇ। ਜਦੋਂ ਅਸੀਂ ਪਛਤਾਵਾ ਕਰਦੇ ਹਾਂ, ਉਹ ਕੀਤੀ ਹੋਈ ਕਮਾਈ ਫਿਰ ਕਿਤੇ ਆਣ ਕਰਕੇ ਮਨੁੱਖ ਦਾ ਸਾਥ ਦੇ ਦਿੰਦੀ ਹੈ। ਤੇ ਜਦੋਂ ਕਿਤੇ ਸਾਡਾ ਸਾਥ ਰੱਬ ਦੇਵੇ ਨਾ, ਸਮਝ ਲਓ ਪੂਰਨ ਚੜ੍ਹਦੀ ਕਲਾ ਵਾਲੇ ਗੁਰਸਿੱਖ ਦੇ ਸਾਨੂੰ ਦਿਦਾਰੇ ਹੋਣਗੇ, ਉਹਨਾਂ ਦੀ ਸੰਗਤ ਹੋ ਜਾਵੇਗੀ, ਅੰਮ੍ਰਿਤਧਾਰੀ ਗੁਰਸਿੱਖ ਦੀ ਸੰਗਤ ਹੋ ਜਾਵੇਗੀ। ਇਹ ਨਿਸ਼ਾਨੀ ਹੈ ਗੁਰੂ ਦੀ, ਜਦੋਂ ਗੁਰੂ ਕਿਰਪਾ ਕਰਦਾ ਆ, ਉਹਨਾਂ ਦੀ ਸੰਗਤ ਵਿੱਚ ਰਹਿਣ ਦਾ ਆਨੰਦ ਮਿਲ ਜਾਂਦਾ ਆ, ਸੁਭਾਗ ਜਾਗ ਜਾਂਦੇ ਨੇ। ਤੇ ਇਸੇ ਤਰ੍ਹਾਂ ਉਹੀ ਸਤਿਪੁਰਸ਼ ਪਹੁੰਚ ਜਾਂਦੇ ਨੇ ਜਿਨ੍ਹਾਂ ਕੋ ਗਿਆਨ ਪ੍ਰਾਪਤ ਕੀਤਾ ਹੁੰਦਾ ਛੋਟੀ ਉਮਰੇ, ਤੇ ਪੁੱਛਦੇ ਨੇ ਆਣ ਕੇ ਕਿ ਅਜ਼ਾਮਲ ਇਹ ਤੇਰਾ ਕੀ ਹਾਲਾਤ ਹੋਏ ਨੇ, ਸਾਰੀ ਵਾਰਤਾ ਸੁਣਾਈ। ਤੇ ਕਹਿੰਦੇ ਇੰਜ ਕਰ, ਤੂੰ ਹੁਣ ਜਿਹੜਾ ਬੱਚਾ
ਪੈਦਾ ਹੋਣ ਵਾਲਾ ਉਹਦਾ ਨਾਮ ਨਾਰਾਇਣ ਰੱਖ ਦਵੀਂ। ਜਦੋਂ ਨਾਰਾਇਣ ਰੱਖਿਆ ਗਿਆ, ਬੱਚੇ ਦਾ ਨਾਮ ਹਰ ਵੇਲੇ ਹੀ ਨਾਰਾਇਣ 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 ਕਰਦਾ ਆ। ਨਾਰਾਇਣ ਨਾਰਾਇਣ ਕਰਦਿਆਂ ਪ੍ਰਮਾਤਮਾ ਦਾ ਚੇਤਾ ਆਉਂਦਾ ਰਹਿੰਦਾ, ਰੱਬ ਦਾ ਵੀ ਭਜਨ ਕਰਨਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਪ੍ਰਮਾਤਮਾ ਦਾ ਭਜਨ ਕੀਤਾ, ਬੰਦਗੀ ਕੀਤੀ, ਤੇ ਜਦੋਂ ਆਖਰੀ ਸਵਾਸੇ ਆਏ ਨਾ, ਤੇ ਲਾਸਟ ਆਵਾਜ਼ ਆਈ, ਹੈ ਨਾਰਾਇਣ ਮੈਂ ਗਿਆ ਈ। ਉਦੋਂ ਵੀ ਰੱਬ ਯਾਦ ਆਇਆ, ਉਦੋਂ ਵੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਗਈ। ਤੇ ਸਤਿਗੁਰੂ ਜੀਆਂ ਨੇ ਪਾਵਨ ਗੁਰਬਾਣੀ ਦੇ ਰਾਹੀਂ ਵੀ ਸਾਨੂੰ ਸਮਝਾਇਆ ਤੇ ਜਿਹੜਾ ਅੰਤ ਵੇਲੇ ਜਿੱਥੇ ਸੁਰਤ ਟਿਕੀ ਹੋਵੇ ਨਾ, ਉੱਥੇ ਹੀ ਖੜਾ ਰਹਿ ਜਾਂਦਾ ਆ। ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵਲ ਵਲ ਅਵਤਰੈ। ਸਾਡਾ ਧਿਆਨ ਜਿਹੜਾ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿਣਾ ਚਾਹੀਦਾ। ਪਤਾ ਨਹੀਂ ਕਿਹੜਾ ਵੇਲਾ ਆਖਰੀ ਹੋ ਜਾਣਾ ਆ। ਤੇ ਜਦੋਂ ਸਵਾਸੇ ਖਤਮ ਹੋਏ, ਨਿਕਲੇ ਸਵਾਸੇ ਅੰਦਰੋਂ, ਇੱਕ ਬੰਨੇ ਜਮਾਂ ਦਾ ਟੋਲਾ ਆ ਜਾਂਦਾ, ਇੱਕ ਬੰਨੇ ਪ੍ਰਮਾਤਮਾ ਦਾ ਬਿਬਾਨ ਆ ਜਾਂਦਾ ਆ। ਉਹ ਕਹਿੰਦੇ ਅਸੀਂ ਲਿਜਾਣਾ, ਉਹ ਕਹਿੰਦੇ ਅਸੀਂ ਲਿਜਾਣਾ। ਇਹਨੇ ਪਾਪ ਬੜੇ ਕੀਤੇ ਨੇ, ਇਹਨੇ ਬਹੁਤ ਪਾਪ ਕੀਤੇ ਨੇ। ਪਰ ਕਿੱਥੇ, ਜਦੋਂ ਰੱਬ ਦਾ ਨਾਮ ਜਪਿਆ ਹੋਵੇ ਨਾ, ਇੱਕ ਘੜੀ ਕਿਤੇ ਜੁੜ ਕੇ, ਤੇ ਲੱਖਾਂ ਕਰੋੜਾਂ ਕੀਤੇ ਹੋਏ ਪਾਪ ਸਾੜ ਕੇ ਸੁਆਹ ਕਰ ਦਿੰਦਾ ਉਹ ਨਾਮ। ਇਸੇ ਕਰਕੇ ਕਹਿੰਦੇ ਨਾਮ ਦੇ ਵਿੱਚ ਜੁੜਨਾ ਚਾਹੀਦਾ ਆ। ਪਹਿਲੋਂ ਸਿਮਰਨ ਕਰੀਏ, ਪਹਿਲੋਂ ਨਾਮ ਦੇ ਵਿੱਚ ਜੁੜੀਏ, ਫਿਰ ਸੇਵਾ ਕਰੋ, ਫਿਰ ਦਾਨ ਪੁੰਨ ਕਰਿਓ, ਫਿਰ ਵੇਖਿਓ ਕਿੰਨੇ ਭਾਗ ਲੱਗਦੇ ਨੇ। ਅਸੀਂ ਦਾਨ ਪੁੰਨ ਵੀ ਕਰ ਲੈਂਦੇ ਹਾਂ, ਸੇਵਾ ਵੀ ਕਰ ਲੈਂਦੇ, ਪਰ ਸਿਮਰਨ ਵਾਲੇ ਪਾਸੇ ਨੂੰ ਕੋਈ ਆਉਂਦਾ ਨਹੀਂਗਾ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਬਿਨ ਸਾਧੂ ਜੋ ਜੀਵਨਾ ਤਿਤੋ ਬਿਰਥਾਰੀ। ਬਿਨਾਂ ਰੱਬ ਦੇ ਪਿਆਰਿਆਂ ਤੋਂ, ਬਿਨਾਂ ਸੰਗਤ ਤੋਂ ਜਿਹੜਾ ਜੀਵਨ ਬਤੀਤ ਕਰਦੇ ਪਏ ਆ ਨਾ ਲੋਕ, ਕਹਿੰਦੇ ਉਹ ਵਿਅਰਥ ਹੀ ਗਵਾ ਰਹੇ ਨੇ। ਕਿਉਂ? ਉਹ ਮਨ ਪਿੱਛੇ ਲੱਗ ਕਰਕੇ ਐਸੇ ਐਸੇ ਕਰਮ ਕਰਦੇ ਨੇ, ਐਸੇ ਐਸੇ ਕਰਮ ਕਰਦੇ ਨੇ ਜਿਹੜੇ 84 ਦਾ ਗੇੜਾ ਭੋਗਣ ਨੂੰ ਆਪ ਤਿਆਰ ਹੁੰਦੇ ਪਏ ਨੇ। ਆਪ ਉਹਨਾਂ ਸੰਗਲਾਂ ਦੇ ਵਿੱਚ ਵੱਧਦੇ ਜਾ ਰਹੇ ਨੇ, ਜਿਨ੍ਹਾਂ ਸੰਗਲਾਂ ਨੂੰ ਤੋੜ ਕੇ ਸੁੱਟ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਣਾ ਸੀਗਾ, ਉਹ ਸੰਗਲਾਂ ਦੀਆਂ ਗੰਢਾਂ ਸਗੋਂ ਆਪਣੇ ਹੱਥੀਂ ਦਿੰਦੇ ਪਏ ਨੇ। ਤੇ ਭਗਤ ਰਵਿਦਾਸ ਜੀ ਨੇ ਤੇ ਇੰਨੇ ਸੋਹਣੇ ਬਚਨ ਕਹਿ ਦਿੱਤੇ ਕਿ ਰੱਬ ਨੂੰ ਚੇਤੇ ਵਿੱਚ ਰੱਖੋ, ਇਹ ਬੜੇ ਜਨਮਾਂ ਦਾ ਵਿਛੋੜਾ ਆ, ਇਸ ਜਨਮ ਦੇ ਵਿੱਚ ਨਾ ਵਿਛੋੜਾ ਕਿਤੇ ਪੈ ਜਾਵੇ, ਇਹ ਗੱਲ ਚੇਤੇ ਵਿੱਚ ਰੱਖਿਓ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਜਨਮ ਨਹੀਂ ਹੁਣ ਕਿਸੇ ਪਾਸੇ ਜਾਣਾ ਚਾਹੀਦਾ। ਇਹ ਮੌਕਾ ਮਿਲਿਆ, ਅਵਸਰ ਮਿਲਿਆ, ਇਹ ਕਿਤੇ ਐਵੇਂ ਹੀ ਨਾ ਗਵਾਚ ਜਾਵੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਮਿਲਤ ਸੰਗ ਸਭ ਭਰਮ ਮਿਟੇ, ਗਤ ਪਈ ਹਮਾਰੀ। ਜਦੋਂ ਸੰਗਤ ਵਿੱਚ ਅਸੀਂ ਮਿਲ ਜਾਂਦੇ ਆਣ ਕੇ, ਪ੍ਰਮਾਤਮਾ ਦੀ ਰੰਗਤ ਚੜ੍ਹਦੀ ਹੈ, ਨਾਮ ਦੀ ਰੰਗਤ ਚੜ੍ਹਦੀ ਹੈ, ਸਭ ਭਰਮ ਖਤਮ ਹੋ ਜਾਂਦੇ ਨੇ, ਭਟਕਣਾ ਖਤਮ ਹੋ ਜਾਂਦੀਆਂ ਨੇ, ਤੇ ਅਸੀਂ ਪ੍ਰਵਾਨ ਹੋ ਜਾਂਦੇ ਗੁਰੂ ਦੇ ਦਰ ਤੇ ਆਣ ਕੇ। ਸਾਡੀ ਸੁਣੀ ਜਾਂਦੀ ਹੈ ਗੁਰੂ ਦੇ ਦਰ ਤੇ ਆਣ ਕਰਕੇ। ਜਦੋਂ ਭਰਮ ਹੀ ਖਤਮ ਹੋ ਗਏ, ਭਟਕਣਾ ਹੀ ਮੁੱਕ ਗਈ, ਮਿਲਤ ਸੰਗ ਸਭ ਭਰਮ ਮਿਟੇ, ਭਰਮਾਂ ਕਰਕੇ ਤੇ ਸਾਡਾ ਗੁਰੂ ਦੇ ਨਾਲੋਂ ਵਿਛੋੜਾ ਪਿਆ ਆ। ਭਰਮਾਂ ਕਰਕੇ ਤੇ ਅਸੀਂ ਦਾਨ ਪੁੰਨ ਸੇਵਾ ਸਿਮਰਨ ਨਹੀਂ ਕਰ ਪਾ ਰਹੇ, ਭਰਮ ਹੀ ਬੜੇ ਅੰਦਰ ਪ੍ਰਗਟ ਹੋਏ ਪਏ ਨੇ। ਤੇ ਸਤਿਗੁਰੂ ਜੀ ਕਹਿੰਦੇ, ਉਹ ਭਰਮਾਂ ਦਾ ਨਾਸ ਕਰਕੇ ਗੁਰੂ ਤੈਨੂੰ ਆਪਣਾ ਬਣਾ ਲੈਂਦਾ, ਜਦੋਂ ਤੂੰ ਸੰਗਤ ਵਿੱਚ ਆਣ ਕਰਕੇ ਬੈਠ ਕਰਕੇ
ਉਸ ਪਰਮਾਤਮਾ ਦੀ ਇਬਾਦਤ ਕਰ ਦਿੰਦਾ ਆ। ਜਾ ਦਿਨ ਭੇਟੇ ਸਾਧ ਮੋਹੇ ਉਹ ਆ ਦਿਨ ਬਲਿਹਾਰੇ। ਕਹਿੰਦੇ ਜਿਹੜਾ ਦਿਨ ਸਤਿਗੁਰੂ ਜੀਆਂ ਦੀ ਗੋਦ ਦੇ ਵਿੱਚ ਬਤੀਤ ਹੋ ਜਾਵੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦਿਆਂ ਬਤੀਤ ਹੋ ਜਾਵੇ, ਕਹਿੰਦੇ ਉਹ ਦਿਨ ਬੜਾ ਭਾਗਾਂ ਵਾਲਾ। ਬਲਿਹਾਰ ਜਾਂਦਾ ਮੈਂ ਉਸ ਦਿਨ ਤੋਂ। ਕਿੱਡੇ ਸ੍ਰੇਸ਼ਟ ਭਾਗ ਨੇ ਕਿ ਉਹ ਦਿਨ ਮੈਨੂੰ ਮਿਲਿਆ ਜਿਸ ਦਿਨ ਦੇ ਰਾਹੀਂ ਮੈਂ ਆਪਣਾ 84 ਦਾ ਗੇੜਾ ਮਕਾਉਣਾ ਕੀਤਾ। ਇਹੀ ਦਿਨ ਚੰਗਾ ਸੀਗਾ ਵੀ ਜਿਸ ਵੇਲੇ ਨੂੰ ਮੈਂ ਤਰਸਦਾ ਸੀ, ਅੱਜ ਉਹ ਵੇਲਾ ਮੇਰੀ ਝੋਲੀ ਦੇ ਵਿੱਚ ਪਰਮਾਤਮਾ ਨੇ ਪਾਇਆ। ਮੈਂ ਸਤ ਸੰਗਤ ਵਿੱਚ ਜਾ ਕੇ ਜੁੜ ਕੇ ਪਰਮਾਤਮਾ ਦੇ ਬਚਨਾਂ ਨੂੰ ਸਤਿਪੁਰਸ਼ਾਂ ਕੋਲੋਂ ਸੁਣਿਆ, ਤੇ ਜਦੋਂ ਉਹ ਲਫ਼ਜ਼ ਸੁਣੇ ਉਹਨਾਂ ਲਫ਼ਜ਼ਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਤੇ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੇ ਨਾਲ ਜੁੜਨਾ ਕਰਦੇ ਹਾਂ ਨਾ, ਭਜਨ ਕਰਨ ਵਾਲਿਆਂ ਦੇ, ਤੇ ਉਹਨਾਂ ਵੱਲੋਂ ਜਿਹੜੀ ਕੀਤੀ ਹੋਈ ਕਮਾਈ ਹੈ, ਜੋ ਉਹਨਾਂ ਨੇ ਇਕੱਤਰ ਕੀਤੀ, ਪਰਮਾਤਮਾ ਦਾ ਪਿਆਰ ਬਖਸ਼ਿਸ਼ ਦੇ ਰੂਪ ਦੇ ਵਿੱਚ ਪ੍ਰਾਪਤ ਕੀਤਾ ਹੁੰਦਾ ਆ। ਤੇ ਜਦੋਂ ਅਸੀਂ ਉਹਨਾਂ ਦੇ ਚਰਨਾਂ ਦੇ ਨਾਲ ਹੀ ਕਿਤੇ ਜੁੜ ਜਾਈਏ ਜਾ ਕੇ, ਤੇ ਉਹੋ ਹੀ ਕਿਤੇ ਤਰੁੱਠ ਜਾਣ ਤੇ ਬੜੀ ਵੱਡੀ ਗੱਲ ਹੁੰਦੀ ਹੈ। ਰੱਬ ਦੀ ਤੇ ਗੱਲ ਹੀ ਵੱਖਰੀ ਹੈ। ਜਿਹੜੇ ਨਿਤ ਗੁਰੂ ਦੀ ਸੰਗਤ ਵਿੱਚ ਬੈਠਣ ਵਾਲੇ ਨੇ, ਕਿਤੇ ਉਹਨਾਂ ਦੇ ਹੀ ਦਰਸ਼ਨ ਹੋ ਜਾਣ ਨਾ ਕਿਤੇ, ਤੇ ਸਾਡੇ ਭਾਗ ਜਾਗ ਜਾਂਦੇ ਨੇ। ਉਹਨਾਂ ਦੀ ਹੀ ਸੰਗਤ ਵਿੱਚ ਜੁੜ ਕਰਕੇ ਅਸੀਂ ਇਸ 84 ਦੇ ਗੇੜੇ ਤੋਂ ਪਾਰ ਲੰਘ ਸਕਦੇ ਹਾਂ। ਕਿਉਂ? ਕਿਉਂਕਿ ਲਫ਼ਜ਼ ਉਹੀ ਨੇ, ਬਾਣੀ ਤੁਸੀਂ ਵੀ ਉਹੀ ਪੜ੍ਹਦੇ ਨੇ, ਪਰ ਪ੍ਰਮਾਤਮਾ ਦੇ ਪਿਆਰੇ ਜਿਹੜੇ ਮੁਕੰਮਲ ਰੂਪ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕਰਕੇ, ਗੁਰੂ ਨੂੰ ਜਾਣ ਕਰਕੇ ਉਹਦੀ ਬਾਣੀ ਦਾ ਚਿਤਵਤ ਕਰਦੇ ਨੇ, ਉਹਨੂੰ ਯਾਦ ਕਰਦੇ ਨੇ ਪਰਮਾਤਮਾ ਨੂੰ, ਤੇ ਉਹਨਾਂ 'ਤੇ ਕਿਰਪਾ ਜਲਦੀ ਹੁੰਦੀ, ਧਿਆਨ ਜੁੜ ਜਾਂਦਾ ਉਹਨਾਂ ਦਾ। ਹੁਣ ਜਦੋਂ ਕਿਤੇ ਰਿਵਾਲਵਰ ਵੇਖੀਏ ਨਾ, ਉਹ ਜਿਹੜੀ ਉਹਦੇ ਵਿੱਚ ਬੰਦੂਕ ਦੇ ਵਿੱਚ ਗੋਲੀ ਪੈਂਦੀ ਹੈ, ਤੇ ਜੇ ਕਿਤੇ ਉਂਝ ਕਿਸੇ ਦੇ ਮਾਰੀਏ ਤੇ ਮਾੜੀ ਮੋਟੀ ਸੱਟ ਲੱਗੇਗੀ, ਤੇ ਜੇ ਕਿਤੇ ਉਹ ਗੋਲੀ, ਉਹ ਰੌਂਦ ਉਸ ਪਿਸਤੌਲ ਦੇ ਵਿੱਚ ਪਾਈਏ ਜਾਂ ਬੰਦੂਕ ਦੇ ਵਿੱਚ ਪਾ ਕਰਕੇ ਮਾਰੀਏ, ਤੇ ਅੱਗੇ ਬੰਦੇ ਮਾਰ ਦਿੰਦੀ ਹੈ, ਜੀਵ ਨੂੰ ਮਾਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਸਾਧੂ ਦੇ ਮੁਖ ਤੋਂ ਨਿਕਲੇ ਹੋਏ ਬੋਲ, ਰੱਬ ਦੇ ਪਿਆਰਿਆਂ ਦੇ ਭਜਨ ਕਰਨ ਵਾਲਿਆਂ ਦੇ ਪਿਆਰਿਆਂ ਦੇ ਮੁਖ ਤੋਂ ਨਿਕਲੇ ਹੋਏ ਬੋਲ, ਸਾਡੇ ਕਰੋੜਾਂ ਪਾਪ ਸਾੜ ਕੇ ਸੁਆਹ ਕਰ ਦਿੰਦੇ ਨੇ, ਜੇ ਉਹਨਾਂ ਦੇ ਬੋਲਾਂ ਨੂੰ ਅਸੀਂ ਕਮਾ ਜਾਈਏ, ਕਿਤੇ ਬਚਨਾਂ ਨੂੰ ਮੰਨ ਜਾਈਏ, ਆਲਸ ਨਾ ਕਰੀਏ। ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ, ਜਦੋਂ ਰੱਬ ਦੀ ਵਾਰੀ ਆਉਂਦੀ ਹੈ ਉਦੋਂ ਅਸੀਂ ਬਹਾਨੇ ਲੱਭਣੇ ਸ਼ੁਰੂ ਕਰ ਦਿੰਦੇ ਹਾਂ, ਤੇ ਜਦੋਂ ਮਾਇਆ ਦਾ ਸਮਾਂ ਆਉਂਦਾ ਉਦੋਂ ਕੋਈ ਬਹਾਨੇ ਨਹੀਂ। ਉਦੋਂ ਤੁਰਿਆ ਵੀ ਨਾ ਜਾਂਦਾ ਹੋਵੇ ਤੇ ਭੱਜ ਭੱਜ ਕੇ ਅੱਗੇ ਭੱਜ ਦੌੜ ਕੇ ਅਗਲੀ ਕਤਾਰ 'ਚ ਖੜਾ ਹੁੰਦਾ ਆ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ ਕਿ ਤੂੰ ਬੁਰੇ ਕਾਮ ਕੋ ਊਠ ਖਲੋਇਆ, ਬੁਰੇ ਕੰਮਾਂ ਵਾਲੀ ਤੂੰ ਸ਼ੇਰ ਬਣ ਜਾਂਦਾ ਆ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਵੇਲਾ ਆਉਂਦਾ ਉਦੋਂ ਤੈਨੂੰ ਨੀਂਦਾਂ ਆਉਂਦੀਆਂ ਨੇ, ਉਦੋਂ ਤੂੰ ਮੱਤ ਤੇਰੀ ਜਿਹੜੀ ਹੈ ਭ੍ਰਿਸ਼ਟ ਹੋ ਜਾਂਦੀ ਹੈ, ਬੁੱਧੀ ਮਰ ਜਾਂਦੀ ਹੈ। ਜਿਨਨੇ ਤੇਰਾ ਸਾਥ ਦੇਣਾ ਸੀਗਾ, ਜਿਸ ਪਰਮਾਤਮਾ ਨੇ ਨਾਮ ਨੇ ਤੇਰੀ ਸਹਾਇਤਾ ਕਰਨੀ, ਉਦੋਂ ਤੈਨੂੰ ਬੜਾ ਥਕਾਵਟ ਲੱਗਣੀ ਸ਼ੁਰੂ ਹੋ ਜਾਂਦੀ ਹੈ। ਉਦੋਂ ਤੂੰ ਪਰਮਾਤਮਾ ਦਾ ਨਾਮ ਭੁਲਾ ਦਿੰਦਾ ਆ। ਇਸ ਕਰਕੇ ਤੂੰ ਗੁਰੂ ਦੀ ਸੰਗਤ ਵਿੱਚ ਜਾਇਆ ਕਰ, ਜੁੜਿਆ ਕਰ, ਉਹਦਾ ਨਾਮ ਜਪਿਆ ਕਰ, ਤੇਰਾ ਵੀ ਭਲਾ ਹੋ ਜਾਵੇਗਾ। ਉਹ ਦਿਨ ਬੜਾ ਭਾਗਾਂ ਵਾਲਾ ਹੁੰਦਾ ਜਿਸ ਦਿਨ ਦੇ ਰਾਹੀਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਨੇ, ਜਿਸ ਦਿਨ ਸੰਗਤ ਵਿੱਚ ਜਾ ਕਰਕੇ ਜੁੜ ਕੇ ਬੈਠ ਗਿਆ ਜੀਵ, ਤਨ ਮਨ ਆਪਣੋ ਜੀਆਰਾ ਫਿਰ ਹੋਂ ਵਾਰੀ। ਜਿਸ ਦਿਨ ਆਪਣਾ ਤਨ ਵੀ ਮਨ ਵੀ ਜਿੰਦੜੀ ਵੀ ਗੁਰੂ ਦੇ ਅੱਗੇ
ਭੇਟ ਕਰ ਦਿੰਦੇ ਆ ਨਾ ਤੇ ਕਹਿੰਦੇ ਫਿਰ ਜੀ ਕਰਦਾ ਆ ਨਾਮ ਜਪੀਏ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀਏ। ਜਿਸ ਦਿਨ ਉਹਦੀ ਰਹਿਮਤ ਹੋ ਜਾਂਦੀ ਹੈ ਤੇ ਫਿਰ ਸਵਾਦ ਆਉਣਾ ਸ਼ੁਰੂ, ਆਲਸ ਨਹੀਂ ਉੱਥੇ ਆਉਂਦਾ, ਸਾਰਾ ਕੁਝ ਖਤਮ ਹੋ ਜਾਂਦਾ ਉੱਥੇ ਜਾ ਕਰਕੇ। ਪਰਮਾਤਮਾ ਨੇ ਆਲਸ ਸਾਰਾ ਹੀ ਖਤਮ ਕਰ ਦੇਣਾ ਆ, ਨਿੰਦਿਆ ਚੁਗਲੀ ਵਾਲਾ ਜੀਵਨ ਖਤਮ ਕਰ ਦੇਣਾ ਜਦੋਂ ਅਸੀਂ ਸੰਗਤ ਵਿੱਚ ਬੈਠਾਂਗੇ। ਤੇ ਸਤਿਗੁਰੂ ਜੀ ਕਹਿੰਦੇ ਨੇ ਏਤ ਛਡਾਈ ਮੋਏ ਤੇ ਇਤਨੀ ਦ੍ਰਿੜਤਾਰੇ। ਇੰਨਾ ਪੱਕਾ ਹਿਰਦਾ ਬਣ ਗਿਆ ਕਿ ਨਹੀਂ ਮੈਂ ਸੰਗਤ ਵਿੱਚ ਕੁਝ ਲੈਣ ਆਇਆ, ਗਵਾਉਣ ਨਹੀਂ ਆਇਆ। ਮੈਂ ਕੁਝ ਜਿਹੜੀ ਕੀਤੀ ਕਮਾਈ ਹੈ ਉਹਨੂੰ ਗਵਾਉਣ ਵਾਸਤੇ ਨਹੀਂ, ਕੁਝ ਲਾਹਾ ਲੈਣ ਵਾਸਤੇ ਆਇਆ ਆ। ਆਪਣੀ ਮੈਂ ਨੂੰ ਏਤ ਛਡਾਈ ਮੋਹੇ ਤੇ ਛੱਡ ਦਿੱਤੀ, ਮੈਂ ਛੱਡ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ। ਸਗਲ ਰੇਨ ਇਹੋ ਮਨ ਭਇਆ, ਸਾਰਿਆਂ ਦੀ ਹੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਇੰਨੀ ਨਿਮਰਤਾ ਦਾ ਧਾਰਨੀ ਬਣ ਗਿਆ ਗੁਰੂ ਦੀ ਸੰਗਤ ਕਰਕੇ। ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਬਿਨਸੀ ਆਪ ਧਾਰੀ, ਜਿਹੜੀ ਆਪਣੀ ਮੈਂ ਚੱਕੀ ਫਿਰਦਾ ਸੀ, ਖਤਮ ਹੋ ਗਈ ਗੁਰੂ ਦੀ ਸੰਗਤ ਵਿੱਚ ਬੈਠਣ ਕਰਕੇ। ਨਿੰਦ ਚਿੰਦ ਪਰ ਦੁੱਖ ਨਾ ਇਹ ਖਿਨ ਮੈਂ ਜਾਰੀ। ਜਿਹੜੀ ਨਿੰਦਿਆ ਚਿੰਦਿਆ ਕਰਦਾ ਫਿਰਦਾ, ਕਦੀ ਕਿਸੇ ਨੂੰ ਮਾੜਾ ਕਹਿਣਾ ਹਰ ਵੇਲੇ ਹੀ, ਭਾਵੇਂ ਕੋਈ ਚੰਗਾ ਕਰਨ ਵਾਲਾ ਆ, ਰੱਬ ਦਾ ਨਾਮ ਜਪਣ ਵਾਲਾ, ਸੰਗਤ ਨੂੰ ਉਪਦੇਸ਼ ਦੇ ਕੇ ਜੋੜਨ ਵਾਲਾ ਆ, ਸਾਰੀ ਸੰਗਤ ਨੂੰ ਚੰਗਾ ਕਹਿੰਦੀ ਪਈ ਹੋਵੇ ਪਰ ਇਹਨੇ ਨਿੰਦਿਆ ਕਰਨੋਂ ਨਹੀਂ ਸੀ ਟਲਦਾ। ਪਰ ਗੁਰੂ ਨੇ ਕਿਰਪਾ ਕੀਤੀ, ਮਿਹਰਾਮਤ ਕੀਤੀ, ਸੰਗਤ ਵਿੱਚ ਭੁੱਲ ਭੁਲੇਖੇ ਬੈਠਿਆ, ਗੁਰੂ ਦੀਆਂ ਨਜ਼ਰਾਂ ਹੋਈਆਂ, ਬੋਲ ਕੰਨਾਂ ਦੇ ਵਿੱਚ ਪਏ ਨਹੀਂ। ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਿਆ ਨਹੀਂ ਕਰਨੀ ਕਿਸੇ ਦੀ। ਕਹਿੰਦੇ ਜੀਵਨ ਬਦਲ ਗਿਆ, ਇੱਕ ਹੀ ਬੋਲ ਕੰਨਾਂ ਵਿੱਚ ਪਿਆ ਤੇ ਬਖਸ਼ਿਸ਼ ਹੋਈ। ਖਿਨ ਮੈਂ ਜਾਰੀ, ਇੱਕ ਖਿਨ ਦੇ ਵਿੱਚ ਹੀ ਅਦੇ ਕੰਨਾਂ 'ਚ ਬੋਲ ਪਿਆ, ਮਨ ਬਦਲ ਗਿਆ। ਨਹੀਂ ਪਈ ਕਿੱਡੇ ਵੱਡੇ ਕਾਰਜ ਕਰਦਾ ਪਿਆ ਇਹ ਗੁਰਸਿੱਖ। ਕਿੰਨੇ ਸੋਹਣੇ ਉਪਦੇਸ਼ ਦੇ ਕਰਕੇ ਸੰਗਤ ਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਰਹੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਕਿਰਪਾ ਹੋਣੀ ਤਦ ਹੈ ਜਦੋਂ ਸੰਗਤ ਵਿੱਚ ਆਣ ਕੇ ਬੈਠਾਂਗੇ। ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਰਾਰੀ। ਫਿਰ ਉਹੀ ਜੀ ਜਿਹੜਾ ਕਦੀ ਕਿਸੇ ਨੂੰ ਮਾੜਾ ਕਹਿੰਦਾ ਸੀ, ਕਦੀ ਕਿਸੇ ਦੀ ਨਿੰਦਿਆ ਕਰਦਾ ਸੀਗਾ, ਉਹ ਰੱਬ ਨੂੰ ਦੂਰ ਸਮਝੀ ਬੈਠਾ ਸੀ। ਆਉਂਦਾ ਤਾਂ ਸੀਗਾ ਗੁਰਦੁਆਰਾ ਸਾਹਿਬ, ਪਰ ਉਹਨੂੰ ਗੁਰਦੁਆਰੇ ਨਾਲ, ਸੰਗਤ ਦੇ ਨਾਲ, ਪ੍ਰਚਾਰਕ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀਗਾ। ਉਹਨੂੰ ਤੇ ਬਸ ਆਪਣੀ ਮੈਂ, ਆਪਣੀ ਹਉਮੈ ਕਿ ਜੋ ਮੈਂ ਕਹਿ ਦੇਵਾਂ ਉਹੀ ਗੁਰੂ ਘਰ ਦੇ ਵਿੱਚ ਹੋਣਾ ਚਾਹੀਦਾ ਹੈ। ਅੱਗੇ ਅੱਗੇ ਹੋ ਕਰਕੇ ਨਾ ਉਹਨੇ ਕੁਝ ਸੁਣਨਾ, ਨਾ ਉਹਨੇ ਕਿਸੇ ਦੀ ਗੱਲ ਕੋਈ ਮੰਨਣੀ ਹੈ, ਨਾ ਪ੍ਰਮਾਤਮਾ ਦੇ ਨਾਲ ਉਹਦਾ ਕੋਈ ਪਿਆਰ, ਨਾ ਸੰਗਤ ਨਾਲ ਪਿਆਰ। ਬਸ ਗੁਰਦੁਆਰੇ ਆਪਣੀ ਮੈਂ ਦੇ ਕਾਰਨ ਆਉਂਦਾ ਸੀਗਾ। ਸਤਿਗੁਰੂ ਜੀ ਕਹਿੰਦੇ ਕਿਰਪਾ ਹੋਈ, ਮਿਹਰ ਦੀਆਂ ਨਜ਼ਰਾਂ ਹੋਈਆਂ, ਸਤਿਗੁਰੂ ਜੀ ਨੇ ਤਰਸ ਕਰ ਦਿੱਤਾ। ਹੁਣ ਰੱਬ ਐ ਲੱਗਣ ਲੱਗ ਪਿਆ, ਜਹ ਜਹ ਪੇਖੋ ਤੈ ਹਜ਼ੂਰ ਦੂਰ ਕਤਹੁ ਨਾ ਜਾਈ। ਰੱਬ ਨੇੜੇ ਦਿਖਣਾ ਸ਼ੁਰੂ ਹੋ ਗਿਆ ਕਿ ਨਹੀਂ ਰੱਬ ਹੈ, ਬੜਾ ਪ੍ਰਮਾਤਮਾ ਨੇੜੇ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਦਿਨ ਐਸੀ ਅਵਸਥਾ ਬਣ ਗਈ ਉਸ ਜੀਵ ਦੇ, ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੇ। ਜਿਹੜਾ ਤਨ ਵੇਖ ਵੇਖ ਕੇ ਤੜਫਦਾ ਸੀ, ਇਹ ਕਰਦੇ ਕੀ ਨੇ, ਇਹ ਕਿਹੜੀਆਂ ਗੱਲਾਂ ਕਰਦੇ ਨੇ, ਇਹ ਰੱਬ ਦੀ ਗੱਲ ਇਹਨੂੰ ਹਜ਼ਮ ਨਹੀਂ ਸੀ ਹੁੰਦੀ, ਸੁਣਨ ਨੂੰ ਦਿਲ ਨਹੀਂ ਸੀਗਾ ਕਰਦਾ। ਕਹਿੰਦਾ ਸੀ ਜਿਵੇਂ ਮੈਂ ਚਾਹੁੰਦਾ ਉਵੇਂ ਹੋਵੇ, ਪਰ ਅੱਜ ਗੁਰੂ ਦੀ ਬਖਸ਼ਿਸ਼ ਹੋਈ, ਮਨ ਠਰ ਗਿਆ, ਤਨ ਠਰ ਗਿਆ, ਠੰਡਾ ਠਾਰ ਹੋ ਗਿਆ। ਅਬ ਮੁਕਤੇ ਸੰਸਾਰੀ, ਅਬ ਸੰਸਾਰ ਤੋਂ ਮੁਕਤ ਹੋ ਗਿਆ, ਵੱਖਰਾ ਹੋ ਗਿਆ। ਹੁਣ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਮਿਲ ਕੇ ਪਰਮਾਤਮਾ ਦਾ ਭਜਨ ਕਰਨਾ ਸ਼ੁਰੂ ਕਰ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਸੰਗਤ ਵਿੱਚ ਬੈਠ ਜਾਂਦੇ ਨੇ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਉਹ ਤਰ ਜਾਂਦੇ ਨੇ, ਉਹ ਪਾਰ ਲੰਘ ਜਾਂਦੇ ਨੇ ਇਸ ਭਵਜਲ ਸਾਗਰ ਦੇ ਗੇੜੇ ਤੋਂ। ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਜਹਾਜ਼ ਇਸ ਸਮੁੰਦਰ ਦੇ ਇੱਕ ਕੰਨੇ ਤੋਂ ਦੂਸਰੇ ਕਿਨਾਰੇ ਲਾ ਦਿੰਦਾ ਆ, ਨਾਮ ਜਪਣ ਵਾਲਿਆਂ ਨੂੰ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਇਸ ਸੰਸਾਰ ਤੋਂ
ਤਰ ਜਾਂਦੇ ਨੇ। ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੇ। ਹਰ ਵੇਲੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕਰਕੇ ਸੰਗਤਾਂ ਦੀ ਸੇਵਾ ਵਿੱਚ ਜੁੜ ਜਾਂਦੇ ਨੇ, ਗੁਰੂ ਦੀ ਇਬਾਦਤ ਕਰਦੇ ਨੇ। ਇਬਾਦਤ ਕਰਦਿਆਂ ਕਰਦਿਆਂ ਆਪਣਾ ਜੀਵਨ ਸਫਲਾ ਕਰਦੇ ਨੇ। ਉਹਨਾਂ ਦੇ ਕਾਰਜ ਨੇ ਜਿਹੜੇ, ਜਿੰਨੇ ਭੈੜੇ ਕਾਰਜ ਨੇ ਉਹਨਾਂ ਨੂੰ ਛੱਡ ਕਰਕੇ, ਉਹਨਾਂ ਕੰਮਾਂ ਨੂੰ ਤਿਆਗ ਕਰਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਹਰ ਵੇਲੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕਰਕੇ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਜੁੜ ਜਾਂਦੇ ਨੇ ਔਰ ਜੁੜ ਕਰਕੇ ਪ੍ਰਮਾਤਮਾ ਦਾ ਭਜਨ ਕਰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ 'ਤੇ ਵੀ ਐਸੀ ਮਿਹਰ ਦੀ ਨਜ਼ਰ ਕਰ ਦੇਵਣ ਕਿ ਅਸੀਂ ਵੀ ਸਤਿਗੁਰੂ ਜੀਆਂ ਦੇ ਜਦੋਂ ਦਰ 'ਤੇ ਆਈਏ, ਪ੍ਰਮਾਤਮਾ ਨੂੰ ਜਦੋਂ ਆਣ ਕੇ ਸੀਸ ਝੁਕਾਈਏ ਤੇ ਸਾਡੀ ਜਿਹੜੀ ਸਿਆਣਪ ਹੈ, ਸਾਡੀ ਜਿਹੜੀ ਮੈਂ ਹਉਮੈ ਹੈ, ਉਹ ਅਸੀਂ ਦੂਰ ਕਰਕੇ ਕਿਤੇ ਸਤਿਗੁਰੂ ਜੀਆਂ ਨੂੰ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਇਹ ਸੀਸ ਭੇਟਾ ਕਰੀਏ। ਦਾਤਿਆ, ਇਹ ਸਰੀਰ ਵੀ ਤੇਰਾ ਹੀ, ਇਹ ਧਨ ਵੀ ਤੇਰਾ ਹੀ, ਇਹ ਮਨ ਵੀ ਤੇਰਾ ਹੀ। ਇੱਥੇ ਮੇਰਾ ਕੁਝ ਵੀ ਨਹੀਂ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲਾਗੈ ਮੇਰਾ। ਤੂੰ ਮਿਹਰ ਦੀ ਨਜ਼ਰ ਕੀਤੀ ਹੈ, ਇਹ ਪੈਰ ਚੱਲ ਕੇ ਤੇਰੇ ਦਰ 'ਤੇ ਆਏ ਨੇ। ਤੂੰ ਮਿਹਰ ਦੀ ਨਜ਼ਰ ਕੀਤੀ ਹੈ, ਇਹ ਅੱਜ ਹੱਥ ਜੁੜਦੇ ਨੇ ਤੇਰੇ ਚਰਨਾਂ ਦੇ ਵਿੱਚ, ਤੇਰੇ ਸਾਹਮਣੇ ਖੜ ਕੇ। ਅੰਦਰੋਂ ਵੀ ਕਿਤੇ ਸਾਡੇ ਹੱਥ ਜੁੜ ਜਾਣ। ਹੱਥ ਜੋੜਨ ਦਾ ਮਤਲਬ ਹੀ ਇਹ ਹੈ ਕਿ ਮੈਂ ਕੁਝ ਵੀ ਨਹੀਂ ਗਾ, ਜੋ ਕੁਝ ਹੈ ਤੂੰ ਹੀ ਹੈ ਦਾਤਿਆ, ਮੈਂ ਕੁਝ ਵੀ ਨਹੀਂ ਗਾ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਿਵਾਜਨ। ਇਸੇ ਤਰ੍ਹਾਂ ਹੀ ਨਿਤਾ ਪ੍ਰਤੀ ਆਪਣੇ ਦਰਸ਼ਨ ਦਿਦਾਰੇ ਕਰਨ ਦੇ ਸਤਿਗੁਰੂ ਜੀ ਬਲ ਉਦਮ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਐਤਵਾਰ ਨੂੰ 1 ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੇ ਆਪ ਜੀਆਂ ਆਪਣੇ ਬੱਚਿਆਂ ਸਮੇਤ, ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਜੋ ਦੀਵਾਨ ਸਜਾਏ ਜਾਣੇ ਹਨ, ਜਿਨ੍ਹਾਂ ਵਿੱਚ ਦਾਸ ਵੱਲੋਂ ਆਪ ਜੀਆਂ ਦੇ ਨਾਲ ਇਤਿਹਾਸ ਦੀ ਸਾਂਝ ਪਾਈ ਜਾਵੇਗੀ। ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਨਾ। ਉਪਰੰਤ ਗੁਰੂ ਕੇ ਲੰਗਰ ਟੁੱਟ ਵਰਤਣੇ ਨੇ, ਲੰਗਰਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸੇ ਪਾਉਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਵਾਜਨ। ਪਾਵਨ ਬਚਨਾਂ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਆਪ ਸਰਬੱਤ ਸੰਗਤਾਂ ਨੂੰ ਬਖਸ਼ ਲੈਣਾ। ਸਤਿਗੁਰੂ ਜੀ ਬਖਸ਼ ਲੈਣ। ਆਓ ਬੜੇ ਅਦਬ ਸਤਿਕਾਰ ਨਾਲ ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।